सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सर्व मानव जाति नूं ये 5 वारी जो सचखंड का नींह रखन लग्या परमेश्वर ने और विष्णु ब्रह्मा शिव उदों बना लै गए सन। ये पहला जकारा उस वेले लाया। ਇਹਦਾ भाव की है, अर्थ की है। सो मैना परमात्मा हंग मैना आत्मा, जद कि प्रभु तू मेरा मैं तेरा। यही सोहंग शब्द जो तुसी उपर नूं साह लैंदे हो, सो निकलदा है, थल्ले नूं आउंदा है हंग। सो हंग ये साह जदों तो तुहाडे च प्राण पै उदों तो ही साह जिहड़ा इस तरह चल रहा है जी, और मरण तक चलना है। मरण लग्या 2.5 साह आपां लैंदे आ, और 2.5 साह दे विच ही साडा उपर नूं सो हंग सो हंग सो। भावें ICU च पिया होवे, ये 9 कदम लाड़ी मौत दे पांदे हन, लेकिन जिहड़े परमात्मा दे जींदे जी दर्श कर लैंदे हन उन्हां नूं ये 2.5 साह तो पहलां ही लाड़ी मौत रस्ते च हुंदी है ते आत्मा परमात्मा खिच लैंदा है। उन्हां नूं मौत नहीं आउंदी, जन्म मौत रहत हो जाते हैं, तो उन्हां नूं परमात्मा लैण आउंदा है। जदों संस्कार नूं करदे हन, जदों नूं याद करदे हन परमात्मा नूं, ते उहदी आत्मा जिहड़ी है वो लै जांदा है। दूसरा फायदा ये हुंदा है, उन्होंने सारा ही शरीर छड्डण तो बाद संस्कार तक सारी ही चीज़ जिहड़ी है मतलब उन्होंने दिसदी है। आने वाले समय च ऐसे भीड़ वाले समय आ कि किसी नूं संस्कार करन दा भी जिस तरह कि हुण मौका नहीं मिल रहा। ये भी समा जिहड़ा हैगा किसी नूं वुड्ढण लकड़ी ना मिल सके, लेकिन यही मौका है जो हैगा है। हुण रहा अगे चलीए कि असीं अंदर दे हर भगत द्वार, अंदर दे गुरद्वारे, अंदर दे मस्जिद, अंदर दीआं गिरजे ਜਿਹੜੇ कि सारिਆਂ ਲਈ एक ਹਨ, ਉਹਦੇ ਵੱਲ ਆਪਾਂ ਉਸ ਸੱਚੇ ਮੰਦਰ ਵੱਲ ਕਿਸ ਤਰ੍ਹਾਂ ਜਾਣਾ ਹੈ। ਬਾਹਰ ਦੇ ਆਪਾਂ ਕਿੰਨਾ ਨਾ ਵੇਖੇ, ਇਹਨਾਂ 2 ਅੱਖਾਂ ਨਾਲ ਬਾਹਰ ਦੇ ਧਰਮ ਦੁਆਰੇ ਅੱਖਾਂ ਨਾਲ ਵੇਖੇ, ਕੰਨਾਂ ਨਾਲ ਸੁਣੇ, ਮੂੰਹ ਨਾ ਦੇਖੇ, ਮੂੰਹ ਨਾ ਬੋਲਿਆ ਉਹਨਾਂ ਨੂੰ, ਔਰ ਰਸਨਾ ਦੇ ਨਾਲ ਉਹਦਾ ਰਸ ਵੀ ਚੂਸਿਆ। ਤੋ ਜਦੋਂ ਬਾਹਰ ਕੀ ਹੁੰਦਾ ਹੈ, ਬਾਹਰ ਸਾਡੇ ਨਾਲ ਜਿਹੜੀ ਚੀਜ਼ਾਂ ਅਸੀਂ ਵੇਖਦੇ ਹਾਂ ਇਹਨਾਂ ਦੇ ਨਾਲ ਵਾਸ਼ਨਾਵਾਂ ਲੈਂਦੇ ਹਾਂ। ਜਿਸ ਤਰ੍ਹਾਂ ਕਿ ਧਰਮ ਸਥਾਨਾਂ 'ਚ ਕਿਉਂ ਇਕੱਠੇ ਹੁੰਦੇ ਹਾਂ, ਇਹ ਧਰਮ ਦੁਆਰੇ ਕਿਉਂ ਬਣੇ ਹਨ। ਇਹਨਾਂ ਧਰਮ ਦੁਆਰਿਆਂ ਦੇ ਅੰਦਰ ਪੋਜ਼ੀਟਿਵ ਕਿਰਨਾਂ, ਪਰਮਾਤਮਾ ਦਾ ਜਿਹੜਾ ਰੰਗ ਚੜਿਆ ਹੁੰਦਾ, ਇਹ ਕਦੋਂ ਚੜ੍ਹਦਾ ਹੈ, ਜਦੋਂ ਕੋਈ ਮੰਗਾਂ ਜਾਂ ਸੋਚਾਂ ਸੰਸਾਰੀ ਜਿਹੜੀਆਂ ਇਹਨਾਂ ਨੂੰ ਛੱਡ ਕੇ, ਕਿਉਂਕਿ ਇਹ ਅਧੂਰੇ ਕੰਮ ਕਰਦੀ ਆ। ਇਹ ਸੰਸਾਰ ਦੀਆਂ ਵਾਸ਼ਨਾ ਅੱਖਾਂ, ਕੰਨ, 2 ਨੱਕ ਦੇ ਛੇਦ, ਫਿਰ ਮੂੰਹ, ਇਹ ਲੈਂਦੇ ਹਨ। ਇਹਦੇ ਆਧਾਰ 'ਤੇ ਜੋ ਖਾਣਾ ਖਾਂਦੇ ਆ ਉਹੀ ਜੈਸਾ ਅੰਨ ਤੈਸਾ ਮਨ, ਮਨ ਵੀ ਐਸਾ ਹੀ ਆਪਣਾ ਕੰਮ ਕਰਦਾ ਹੈ। ਲੇਕਿਨ ਜਦੋਂ ਤੁਸੀਂ ਅੰਨ ਖਾਣ ਲਈ ਇੱਕ ਦਰਸ਼ ਕਰਨ ਲਈ ਜਾਂਦੇ ਜੋ, ਤਾਂ ਇਉਂ ਕਰਕੇ ਸੰਗਤ ਰੂਪ ਬਾਰੀ ਰੂਪ ਜਾਂਦੇ ਜੋ, ਅਤੇ ਅੱਖਾਂ ਕਿਹੜੀ ਵਾਸ਼ਨਾ ਖਾਂਦੀਆਂ ਹਨ, ਇੱਕ ਉਸ ਔਰੇ 'ਚ ਚਲੇ ਜਾਂਦੀਆਂ ਜਿੱਥੇ ਪੋਜ਼ੀਟਿਵ ਮਿਲਦਾ ਹੈ, ਪਰਮੇਸ਼ਰ ਲਈ ਚਾਹਤ ਹੈ। ਕੰਨ ਕਿਹਦੇ, ਪਰਮੇਸ਼ਰ ਦੀ ਆਵਾਜ਼ ਸੁਣਦੇ ਹਨ। ਨੱਕ ਜਿਹੜਾ ਹੈ ਉਹ ਖੁਸ਼ਬੂ ਲੈਂਦਾ ਹੈ। ਇਸ ਤਰ੍ਹਾਂ ਹੀ ਰਸਨਾ ਜਿਹੜੀ ਹੈ ਉਹਦਾ ਗੀਤ ਗਾਉਂਦੀ ਹੈ ਔਰ ਉਸ ਪਰਮਾਤਮਾ ਨੂੰ ਯਾਦ ਕਰਦੀ ਹੈ। ਤੋ ਬਾਰੀ ਔਰ ਭਗਤ ਦਵਾਰ ਵੀ ਜਿਹੜਾ ਜਿੱਥੇ ਹਰੀ ਅਤੇ ਭਗਤ ਉਹਦੇ ਇਕੱਠੇ ਰਹਿੰਦੇ ਹਨ, ਇਹ ਬਾਹਰੀ ਸੱਤ 'ਤੇ ਵੀ ਇਹ ਵਾਸ਼ਨਾਵਾਂ ਲੈਂਦੇ ਹਨ। ਤੋ ਮਨ ਬਦਲ ਜਾਂਦਾ ਹੈ। ਅੰਨ ਜਿਹੋ ਜਿਹਾ ਮਿਲਿਆ ਮਨ ਤਬਦੀਲ ਹੋ ਗਿਆ। ਯਾਨੀ ਕਿ ਜੇ ਨੈਗੇਟਿਵ ਕਿਰਨਾਂ ਵੱਲ ਗਿਆ ਤਾਂ ਮਨ ਨੈਗੇਟਿਵ ਖੜੂਗਾ, ਜੇ ਬਾਹਰੀ ਅੱਖਾਂ ਰਾਹੀਂ ਨੈਗੇਟਿਵ ਹੈ। ਜਿਸ ਤਰ੍ਹਾਂ ਅਸੀਂ ਕੋਈ ਐਸੀਆਂ ਚੀਜ਼ਾਂ, ਅਸ਼ਲੀਲ ਚੀਜ਼ਾਂ ਜਦੋਂ ਦੇਖਦੇ, ਕੰਨ ਲਈ ਸੁਣਦੇ ਹਾਂ, ਅੱਖਾਂ ਨਾਲ ਵੇਖਦੇ ਹਾਂ, ਨੱਕ ਰਾਹੀਂ ਤੁਹਾਨੂੰ ਸਮੈਲ ਉੱਥੇ ਜਿਹੜੇ ਕਿਸ ਤਰ੍ਹਾਂ ਦੀ ਆਉਂਦੀ ਹੈ, ਕਿਸ ਤਰ੍ਹਾਂ ਦੇ ਤੁਸੀਂ ਉਹ ਚੀਜ਼ਾਂ ਰਿਸੀਵ ਕਰਦੇ ਹੋ ਨੱਕ ਰਾਹੀਂ, ਮੂੰਹ ਰਾਹੀਂ ਕੀ ਚੀਜ਼ ਲੈਂਦੇ ਹੋ, ਉਹਦਾ ਅਸਰ ਜਿਹੜਾ
ਰਾਤ ਨੂੰ ਸੁਪਨਿਆਂ ਔਰ ਸਾਰੀਆਂ ਚੀਜ਼ਾਂ 'ਚ ਆਉਂਦਾ ਹੈ। ਹੁਣ ਸਵਾਲ ਇਹ ਹੈ ਕਿ ਪਰਮਾਤਮਾ ਨੂੰ ਚੜ੍ਹਨ ਲਈ ਇੱਥੋਂ ਚੜ੍ਹੀਏ? ਬਿਲਕੁਲ ਨਹੀਂ, ਇਹ ਰਸਤੇ ਬੰਦ ਹੋ ਚੁੱਕੇ ਹਨ, ਕਿਉਂਕਿ ਵਾਸ਼ਨਾਵਾਂ ਦਾ ਇੰਨਾ ਵੱਡਾ ਦੌਰ ਹੈ ਕਿ ਅਸੀਂ ਧਰਮ ਸਥਾਨਾਂ 'ਤੇ ਜਾ ਕੇ ਵੀ ਵਾਸ਼ਨਾਵਾਂ ਲੈ ਕੇ ਫਿਰਦੇ ਹਾਂ। ਅੱਛੀ ਔਰਤ, ਅੱਛਾ ਮਰਦ ਦੇਖ ਲਿਆ, ਜਾਂ ਜਿਹੜੇ ਬਜ਼ੁਰਗ ਹਨ ਉਹ ਵੇਖਣਗੇ ਵੀ ਸੋਹਣੀ ਕੁੜੀ, ਸੋਹਣਾ ਮੁੰਡਾ ਜਿਹੜਾ 9 ਪੁੱਤ ਬਣ ਜਾਏ, ਜਾਂ ਇਹ ਚੀਜ਼ ਹੈ, ਜਾਂ ਚੰਗੇ ਕੱਪੜਿਆਂ ਵੱਲ ਗਏ ਵੀ ਬਹੁਤ ਕੱਪੜੇ ਪਾਏ ਨੇ, ਲੇਕਿਨ ਅੰਦਰ ਦੇ ਨਾਲ ਆਪਣੀ ਪ੍ਰਾਪਤੀ ਵੱਲ ਨੂੰ ਵੀ ਧਿਆਨ ਗਿਆ ਵੀ ਐਤਕੀ ਇਹ ਕੰਮ ਮਿਲ ਗਿਆ, ਪਰਮਾਤਮਾ ਹੋਰ ਦੇ ਦੇ। ਤੋ ਇਸ ਦ੍ਰਿਸ਼ਟੀ ਦੇ ਵਿੱਚ ਸਾਰਾ ਸੰਸਾਰ ਜਿਹੜਾ ਧਰਮ ਸਥਾਨਾਂ 'ਤੇ ਜਾਂਦਾ ਹੈ, ਲੇਕਿਨ ਆਪਣੇ ਰਹਿਬਰੂ ਸਤਿਗੁਰੂ ਨੇ ਨਹੀਂ ਮਿਲਣਾ ਚਾਹੁੰਦਾ। ਤੋ ਯੋਗਾ ਤਾਂ ਸੱਚੀ ਸਮਾਧੀ ਜਿਹੜੀ ਲਾਉਂਦੇ ਹਨ, ਸੱਚੀ ਸਮਾਧੀ ਕੀ ਹੈ? 21 ਮਿੰਟ ਹੁੰਦੀ ਆ ਚਾਰੇ ਗੁੱਠੇ ਇਕੱਠੇ ਕਰਕੇ। ਇਹਦੇ ਨਾਲ ਕੀ ਹੁੰਦਾ, ਜਿਹੜੀ ਕਵਲ ਨਾਭੀ ਹੈ ਉਲਟੀ ਜਿਹੜੀ, ਉਹ ਫਿਰ ਇਸ ਹਿਸਾਬ ਨਾਲ ਦਿਸਦੀ। ਇਹ ਜਦੋਂ ਚਾਰੇ ਗੁੱਠੇ ਇੱਕੇ ਸਾਈਡ ਨੂੰ ਜਦੋਂ ਇਕੱਠੇ ਹੁੰਦੇ ਨੇ, ਤਾਂ ਚਾਰੇ ਗੁੱਠੇ ਇਕੱਠੇ ਕਰਕੇ 21 ਮਿੰਟ, ਇਹ ਹੋ ਗਿਆ ਐ ਤੁਸੀਂ ਬੈਠੇ, ਤੁਹਾਡੀ ਕਿ ਇਹਨੂੰ ਦੂਸਰੀ, ਇਹਨੂੰ ਸਮਾਧੀ ਹੈ 21 ਮਿੰਟ ਦੀ। ਲੇਕਿਨ ਸੁਰਤ ਕਿਤੇ ਕਿਸੇ ਵੀ ਗੁਰੂ ਅਵਤਾਰ ਪੈਗੰਬਰ 'ਚ ਨਹੀਂ, ਅਕਾਲ ਪੁਰਖ ਵੱਲ। ਤੋ ਇਹ 21 ਮਿੰਟ ਇਹਨੂੰ ਸੱਚੀ ਸਮਾਧੀ ਕਿਹਾ ਜਾਂਦਾ ਹੈ। ਔਰ ਸੁਰਤੀ ਕੇਵਲ ਅਕਾਲ ਪੁਰਖ ਵੱਲ ਹੋਵੇ, ਕਿਸੇ ਗੁਰੂ ਨਹੀਂ, ਕਿਸੇ ਅਵਤਾਰ ਨਹੀਂ, ਕਿਸੇ ਪੈਗੰਬਰ ਨਹੀਂ, ਨਾ ਕਿਸੇ ਨਹੀਂ, ਇਹਨੂੰ ਸਮਾਧੀ ਕਿਹਾ ਜਾਂਦਾ ਹੈ। ਤੋ ਸਮਾਧੀ ਇਹ ਨਹੀਂ ਹੈ ਕਿ ਆਣ ਕੇ ਆ ਕਰਕੇ ਤੇ ਇਹਨੂੰ ਖਿੱਚਣਾ। ਚਾਰੇ ਗੂਠੇ ਜਿਹੜੇ ਇੱਕ ਥਾਂ ਇਕੱਠੇ ਕਰਕੇ ਸੁਰਤੀ ਪਰਮਾਤਮਾ ਵੱਲੋਂ ਜਿਹੜੀ ਤੁਹਾਡੀ ਕਵਲ ਨਾਭੀ ਹੈ ਸਿੱਧੀ ਹੁੰਦੀ ਹੈ। ਲੇਕਿਨ ਇਸ ਰੱਟੇ 'ਚ ਵੀ ਜਾਣ ਦੀ ਲੋੜ ਨਹੀਂ। ਆਪ ਜੀ ਨੇ ਸੁਣਿਆ ਹੋਏਗਾ ਕਿ ਸੰਨ ਸਾਹਿਬ ਗੁਰਦੁਆਰਾ ਹੈ ਛਾਟਾ ਸਾਹਿਬ ਤੇ, ਬਾਬਾ ਬੁੱਢਾ ਸਾਹਿਬ ਦੀ ਜਿਹੜੀ ਤਰਨਤਾਰਨ ਇਲਾਕੇ ਤੋਂ ਅੰਮ੍ਰਿਤਸਰ ਨੂੰ ਛੇਹਰਟਾ ਵੱਲ ਨੂੰ ਜਾਂਦੇ ਆ, ਤਾਂ ਰਸਤੇ 'ਚ ਇੱਕ ਗੁਰਦੁਆਰਾ ਸੰਨ ਸਾਹਿਬ ਹੁੰਦਾ। ਸਤਿਗੁਰੂ ਆਉਣ ਵਾਲੇ ਸਮੇਂ ਨੂੰ ਜਾਣਦਾ ਹੁੰਦਾ ਹੈ, ਕੋਈ ਲੁਕਿਆ ਨਹੀਂ, ਕਿਸੇ ਕੋਲ ਰੁੱਸਿਆ ਨਹੀਂ ਸੀ ਸਤਿਗੁਰੂ। ਆਖਿਰ ਕਿਉਂ ਅਗਲੇ ਸਾਰੇ ਦਰਵਾਜ਼ੇ ਉਹਨਾਂ ਬੰਦ ਕਰਤੇ ਸੀ? ਬਾਬਾ ਬੁੱਢਾ ਸਾਹਿਬ ਜੀ ਨੂੰ ਕਿਉਂ ਪਿੱਛੋਂ ਸੰਨ ਲਾਉਣੀ ਪਈ? ਕਹਿਣ ਦਾ ਭਾਵ ਹੈ ਕਿ ਕਲਯੁਗ ਦੇ ਵਿੱਚ ਇਤਨਾ ਘੋਰ ਅਪਰਾਧ ਵਧੇਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਸ਼ਨਾਵਾਂ ਨਾਲ ਭਰ ਜਾਣਗੀਆਂ। ਦੋਵੇਂ ਅੱਖਾਂ, ਦੋਵੇਂ ਕੰਨ, ਨੱਕ ਤੇ ਮੂੰਹ, ਥਾਂ ਥਾਂ ਤੇ ਕੂੜ ਪ੍ਰਧਾਨ ਫਿਰੇਗਾ। ਇਸ ਪ੍ਰਧਾਨਗੀ ਦੇ ਰਸਤੇ ਸਾਰੇ ਹੀ ਬੰਦ ਹੋ ਜਾਣਗੇ ਜਿਹੜੇ ਅੱਜ ਅਸੀਂ ਕਰਦੇ ਹਾਂ। ਐ ਸੁਰਤੀ ਲਾ ਕੇ ਇਹਨੂੰ ਖਿੱਚਦੇ ਹਾਂ, ਚੱਲਦੇ ਹਾਂ, ਲੇਕਿਨ ਆਪਣੇ ਸਰੀਰ ਦਾ ਨਸ਼ਾ ਲੈ ਕੇ ਹੀ ਵਾਪਸ ਆ ਸਕਦੇ ਹਾਂ। ਕਈ ਲੋਕ ਇੱਥੋਂ ਐ ਨੱਪਦੇ ਹਨ ਕੰਨਾਂ ਨੂੰ, ਨੱਕ ਨੂੰ, ਜਾਂ ਮੂੰਹ ਨੂੰ। ਇਹਨਾਂ ਕੀ ਹੈ ਕਿ ਇਹ ਗੁੱਸੇ 'ਤੇ ਜਿਹੜਾ ਨਿਗਾਹ ਦਾ ਗੁੱਸਾ ਹੈ ਇਹ 'ਤੇ ਅਸਰ ਪੈਂਦਾ, ਇਹਦੇ ਨਾਲ ਪਰਮਾਤਮਾ ਨਹੀਂ ਦਿਸਦਾ। ਇਹ ਬਿਲਕੁਲ ਇੱਕ ਲੋਕਾਂ ਨੂੰ ਪਿੱਛੇ ਲਾਉਣ ਵਾਲੀ ਗੱਲ ਹੈ। ਜਾਂ ਇੱਥੋਂ ਇਹਨਾਂ ਦੱਬ ਕੇ ਅੱਖਾਂ ਨੂੰ ਮੇਟ ਦੇਣਾ, ਇਹ ਵੀ ਇੱਕ ਪਿੱਛੇ ਲਾਉਣ ਵਾਲੀ ਗੱਲ ਹੈ। ਕਿਉਂਕਿ ਪ੍ਰੈਸ਼ਰ ਕਿਹਨੂੰ ਕਹਿੰਦਾ? ਇੱਥੇ ਗੁੱਸਾ ਹੈ ਜਿਹੜਾ ਇੱਕ ਉਹ ਸਟੋਰ ਹੈ ਜਿਹੜਾ ਅੱਖਾਂ ਨੂੰ ਚਾਨਣ ਦਿੰਦਾ ਹੈ, ਯਾਨੀ ਕਿ ਪ੍ਰਕਾਸ਼ ਦਿੰਦਾ ਹੈ। ਅਸੀਂ ਅੱਖਾਂ ਨੂੰ ਚਾਨਣ ਨਹੀਂ ਲੈਣਾ ਕਿਉਂਕਿ ਅਸੀਂ ਪਿੱਛੇ ਜਾਣਾ ਹੈ। ਤਾਂ ਹੁਣ ਰਸਤਾ ਕੀ ਹੈ? ਸੰਨ ਸਾਹਿਬ ਵਾਲਾ। ਵੀ ਜਦੋਂ ਬੈਠਣਾ ਇਹ ਸਿੱਧਾ ਆਇਆ ਤੇ ਸੁਰਤੀ ਇੱਕਦਮ ਕਿੱਥੇ ਕਰਨੀ ਹੈ? ਪਿੱਛੇ। ਤਾਂ ਫਿਰ ਸ਼ਬਦ ਕੀ ਹੈ? ਜੋ ਸਾਹ ਲੈਂਦਾ ਸ਼ਬਦ, ਉੱਪਰ ਨੂੰ ਸੋ ਥੱਲੇ ਨੂੰ ਹੰਗ, ਜਿਹੜਾ ਕਿ ਲੰਕਾ ਦੀ ਜਿਹੜੀ ਤੁਸੀਂ ਦੇਖਿਆ ਹੋਊਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਕਿਹੜਾ ਸ਼ਬਦ ਪੜ੍ਹ ਰਹੇ ਸੀ ਤੇ ਮਰਦਾਨਾ ਉਹਨਾਂ ਦੇ ਰੀਸੇ ਕਿਉਂ ਕਰਨ ਲੱਗਾ? ਕਿ ਉਸ ਵੇਲੇ ਸ਼ਬਦ ਕੀ ਸੀਗਾ? ਸਤਨਾਮ ਸੀਗਾ। ਅੱਜ ਜਿਹੜਾ ਚੌਥਾ ਯੁੱਗ ਦਾ ਘੋਰ ਅਪਰਾਧ ਦੇ ਵਿੱਚ ਸ਼ਬਦ ਸੋਹੰਗ ਚੱਲਣਾ ਹੈ। ਸਾਰੇ ਹੀ ਅਵਤਾਰ ਸਾਹਿਬਾਨ, ਗੁਰੂ ਸਾਹਿਬਾਨ, ਭਗਤ ਸਾਹਿਬਾਨ, ਇਹ ਸਾਰਿਆਂ ਨੇ ਸੋਹੰਗ ਕਿਹਾ ਹੈ, ਜੋ ਤੁਹਾਡਾ ਸਵਾਸ ਲੈਂਦਾ ਹੈ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਮ। ਇੱਕ ਸ਼ਬਦ ਕੀ ਹੈ? ਜੋ ਮੇਰੇ ਪ੍ਰਾਣ ਜਦੋਂ ਸਰੀਰ ਪੈਦਾ ਹੋਇਆ ਉਸ ਵੇਲੇ ਫਿਰ ਉਹ ਮੇਰੇ ਸ਼ਾਹ 'ਚ ਚੱਲ ਪਿਆ। ਸੋਹੰਗ ਸੋਹੰਗ। ਬਾਕੀ ਨਾਮ ਜਿਹੜਾ ਹੈ ਇਹ ਬਾਅਦ 'ਚ ਆਏ ਹਨ, ਸਾਰੇ ਹੀ 1.5-2 ਸਾਲ ਬਾਅਦ ਆਏ ਹਨ। ਤੋ ਇਹਦਾ ਮਤਲਬ ਹੈ ਕਿ ਕਿਹੜਾ ਪੁਰਾਣਾ 'ਚ ਸ਼ਬਦ ਹੈ? ਉਹ ਪੁਰਾਣਾ ਉੱਪਰ ਨੂੰ ਜਦੋਂ ਸਾਹ ਜਾਂਦਾ ਹੈ ਸੋ ਹੇਠਾਂ ਨੂੰ ਆਉਂਦਾ ਹੈ ਹੰਗ। ਉੱਪਰ ਨੂੰ ਸਾਹ ਕਿਉਂ ਨਹੀਂ ਦੱਬਦਾ? ਕਿਉਂ ਖੁੱਲ੍ਹਾ ਆਮ ਜਾਂਦਾ ਹੈ ਆਕਾਸ਼ ਨੂੰ? ਇਸ ਕਰਕੇ ਜਾਂਦਾ ਹੈ ਕਿਉਂਕਿ ਇਹ ਸਾਡਾ ਆਕਾਸ਼ ਹੈ। ਇੱਥੋਂ ਧਰਤੀ ਸਟਾਰਟ ਹੁੰਦੀ ਹੈ। 2 ਅੱਖਾਂ, 2 ਕੰਨ,
ਨੱਕ ਦੇ 2 ਛੇਦ, ਮੂੰਹ ਇੱਦਾਂ ਸਾਡੇ ਗੁੱਦੇ ਵਾਲੇ ਛੇਦ। ਇਹ ਕੀ ਹੈ? ਧਰਤੀ ਪਾਣੀ ਹੈ, ਇਹਦੇ 'ਚ ਥੱਲੇ ਜਿਹੜਾ ਪਤਾਲ ਹੈ। ਤੋ ਇਹ ਕੀ ਹੈ? ਸਾਰਾ ਸਮਾਨ ਹੈ। ਹੁਣ ਇਹਦੇ 'ਚ ਪਿੱਛੋਂ ਦੀ ਦਾਲ ਆਉਣਾ ਹੈ, ਯਾਨੀ ਕਿ ਆਪਣੀ ਸੁਰਤੀ ਜਿਹੜੀ ਹੈ ਪਿੱਛੇ ਖੜਨੀ ਹੈ। ਬੁੱਲ ਬੱਟ ਦਾ ਪਹਿਲਾਂ ਤੁਸੀਂ ਨਾਮ ਲੈ ਲਿਆ ਚੜ੍ਹਨ ਲੱਗਿਆ, ਲੇਕਿਨ ਬੰਦ ਕਰ ਦਿਓ ਹੁਣ। ਨਾ ਬੁੱਲਾਂ ਦੀ ਲੋੜ, ਨਾ ਅੱਖਾਂ ਦੀ ਲੋੜ, ਨਾ ਦੂਸਰੀ ਲੋੜ ਹੈ। ਪਿੱਛੇ ਚੱਲਣਾ ਹੈ ਤੇ ਜਿਹਦੇ 'ਚ ਤੁਹਾਡੇ ਸਵਾਸ ਦੇ ਨਾਲ ਰਲਣਾ ਹੈ। ਤਾਂ ਸੁਰਤ ਕਿੱਥੇ ਹੈ? ਬੈਕ ਸਾਈਡ ਦੇ ਅੰਦਰ। ਇੱਧਰ ਸੁਰਤ ਹੈ, ਮੂੰਹ ਤੋਂ ਪਿੱਛੇ ਜਾ ਕੇ ਇਸ ਸਾਈਡ 'ਤੇ ਜਾਣੀ ਹੈ, ਜਿਹੜੀ ਅੱਖਾਂ ਦੇ ਬਿਲਕੁਲ ਪਿੱਛੇ ਹੈ। ਤਾਂ ਫਿਰ ਸੋ ਕਰਦੇ ਲੱਗੇ। ਤੁਹਾਡੀ ਸੁਰਤੀ ਬਿਲਕੁਲ ਇਹਦੇ ਪਿਛਲੇ ਟਿਲ ਪੁਆਇੰਟ ਦੇ ਉੱਤੇ, ਜਿਹੜਾ ਪੱਗ ਦਾ ਅੱਧ ਹੈ, ਪੱਗ ਹੈ ਔਰ ਪਗੜੀ ਹੈ, ਇਹਦਾ ਜਿਹੜਾ ਅੱਧ ਹੈ ਜਿੱਥੇ ਆਉਂਦੀ ਹੈ, ਇਹ ਅੱਧ ਇੱਥੇ ਤੁਹਾਡੀ ਸੁਰਤੀ ਜਾਣੀ ਹੈ, ਸੈਂਟਰ ਪੋਲ ਦੇ ਅੰਦਰ ਆਪਣੇ ਆਪ ਹੀ ਪਿੱਛੋਂ ਜਾਣੀ ਹੈ। ਤੇ ਤੁਹਾਡਾ ਕਿੱਥੋਂ ਕਵਲਨਾਭੀ ਕੀ ਹੈ? ਧੁੰਨੀ ਤੋਂ ਬਿਲਕੁਲ ਤਾਂ ਨੂੰ ਸਿੱਧੀ ਜਾ ਕੇ ਉਹਦੇ ਉੱਤੇ ਆ ਕੇ ਤੁਹਾਡੇ ਸਤਿਗੁਰੂ ਦੀ ਤਸਵੀਰ ਜਿਹੜੀ ਹੈ, ਸ਼ਬਦ ਦੀ ਤਸਵੀਰ ਹੈ, ਇਹ ਲੈਣੀ ਹੈ। ਔਰ ਇਸ਼ਟ ਕੀ ਹੈ? ਅਕਾਲ ਪੁਰਖ ਨਿਰਗੁਣ ਨਿਰੰਕਾਰ ਵੱਲ ਨੂੰ ਜਾਣਾ ਹੈ। ਤੋ ਸਤਿਗੁਰੂ ਦੀ ਤਸਵੀਰ ਜਿਹੜੀ ਜਦੋਂ ਅੱਗੇ ਲਿਆਓਗੇ ਤੇ ਜਾਣਾ ਇਹ ਨਹੀਂ ਹੈ ਕਿ ਸਤਿਗੁਰੂ ਤੱਕ ਰੁਕ ਜਾਣਾ ਹੈ, ਸ਼ਬਦ ਤੱਕ ਨਹੀਂ। ਉਹਨੂੰ ਇੱਕ ਤਰਲਾ ਹੈ ਕਿ ਕਿਰਪਾ ਕਰ ਹੈ ਸੱਚੇ ਪਾਤਸ਼ਾਹ, ਮਿਹਰ ਕਰ, ਉਹ ਵੀ ਅੰਦਰੋਂ ਅੰਦਰ ਹੀ ਮਿਹਰ ਮੰਗਣੀ ਹੈ। ਬੈਕ ਸਾਈਡ ਤੋਂ ਅੰਦਰ ਦਾ ਰਸਤਾ ਖੁੱਲ੍ਹਾ ਹੈ, ਇਹ ਰਸਤੇ ਬੰਦ ਹੋ ਚੁੱਕੇ ਹਨ। ਇਸ ਕਰਕੇ ਇਸ ਸਮੇਂ ਦੇ ਵਿੱਚ ਇਸ ਰਸਤੇ ਨੂੰ ਲੈਣਾ ਜਿਹੜਾ ਹੈ ਬਿਲਕੁਲ ਟਾਈਮ ਵੇਸਟ ਗੱਲ ਹੈ। ਜਿਸ ਤਰ੍ਹਾਂ ਕਿ ਆਪਾਂ ਕੋਈ ਬਾਜ਼ਾਰ ਜਿਸ ਰਾਹੀਂ ਰੋਜ਼ ਲੋਕ ਲੰਘਦੇ ਸੀ, ਉਹਦੇ 'ਚ ਐਸਾ ਨਾਲਾ ਖੁੱਲ੍ਹ ਗਿਆ, ਉਹ ਗੰਦਗੀ ਨਾਲ ਭਰ ਗਿਆ ਔਰ ਉਹਦੀ ਲੰਘਣਾ ਬਹੁਤ ਔਖਾ ਹੋ ਗਿਆ, ਗਾਰ ਨਾ ਭਰ ਜਾਏ। ਅਤੇ ਫਿਰ ਉਹਨੂੰ ਸਾਫ਼ ਕਰਨ ਦੇ ਵਿੱਚ ਕੋਈ ਸੁਖਿਆਈ ਨਹੀਂ ਹੈਗੀ, ਕਿਉਂਕਿ ਜਾਂ ਤਾਂ ਅੰਦਰ ਜਰਾ ਪ੍ਰਕਾਸ਼ ਹੋ ਜੇ ਤੇ ਗੱਲ ਹੋਏਗੀ। ਜਦੋਂ ਇਹ ਸਾਰੀ ਚੀਜ਼ ਸਾਨੂੰ ਸੁਖਿਆਈ ਨਹੀਂ ਹੈਗੀ ਤਾਂ ਫਿਰ ਉਸ ਰਸਤਾ ਹੀ ਨਹੀਂ ਰਿਹਾ। ਤੋ ਮਸਤਕ ਦਾ ਸਿੱਧਾ ਡਾਇਰੈਕਟ ਰਸਤਾ ਨਹੀਂ ਰਿਹਾ, ਜਾਣਾ ਮਸਤਕ ਦੇ ਪਿੱਛੇ ਫਿਰ ਵੀ। ਤਾਂ ਫਿਰ ਇੱਥੋਂ ਜਿਹੜਾ ਰਸਤਾ ਹੈ ਤੇ ਸੰਨ ਸਾਹਿਬ ਵਾਲਾ, ਯਾਨੀ ਕਿ ਪਿੱਛੋਂ ਸੰਨ ਲਾਉਣੀ ਹੈ ਤੇ ਅਗਲੇ ਸਤਿਗੁਰ ਨੂੰ ਮਿਲਣਾ ਹੈ। ਕੋਈ ਸਵਾਸ ਨਹੀਂ, ਕੋਈ ਕੁਛ ਨਹੀਂ, ਸ਼ਾਹ ਦੇ ਨਾਲ ਜੁੜਨਾ ਹੈ। ਤਮਾਸ਼ਾ ਵੇਖੋ ਪਹਿਲਾਂ, ਸਾਹ ਕੀ ਕਰ ਰਿਹਾ ਹੈ ਉਹਦੇ ਨਾਲ। ਜਿੱਦਾਂ ਕਬੱਡੀ ਦਾ ਮੈਚ ਆਪਾਂ ਪਿੱਛੇ ਵੇਖਦੇ ਹਾਂ, ਜਾਂ ਕੋਈ ਹੋਰ ਜਿਹੜਾ ਕੋਈ ਖੇਡ ਮੇਲਾ ਵੇਖਦੇ ਹਾਂ, ਤਾਂ ਖਲੋ ਕੇ ਵੇਖਦੇ ਹਾਂ। ਤਾਂ ਆਪਣੀ ਆਤਮਾ ਜੋ ਅੰਦਰ ਹੈ, ਇਹਦਾ ਤਮਾਸ਼ਾ ਵੇਖੋ ਇਸ ਸਾਹ ਦਾ। ਇਹ ਕਿਹਨੂੰ ਜਾ ਰਿਹਾ ਹੈ, ਕਿਹਨੂੰ ਕਹਿੰਦਾ ਹੈ? ਸੋ ਹੰਗ ਤੂੰ, ਸੋ ਹੁੰਦਾ ਪਰਮਾਤਮਾ, ਹੰਗ ਮੈਂ ਆਤਮਾ। ਐ ਪ੍ਰਭੂ ਤੂੰ ਮੇਰਾ, ਮੈਂ ਤੇਰਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਤਤ ਨਿਰੰਜਨ 599 ਅੰਗ ਤੇ, ਜੋਤ ਸਵਾਈ ਸੋਹੰਗ ਭੇਦ ਨਾ ਕੋਏ ਜਿਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਮਿਲਿਆ, ਨਾਨਕ ਮਿਲਿਆ ਸੋਹੀ ਜਿਉ। ਕਿਸ ਸ਼ਬਦ ਦੇ ਨਾਲ? ਮੈਨੂੰ ਅਕਾਲ ਪੁਰਖ ਦਾ, ਅਪਰੰਪਰ ਪਰਮਾਤਮਾ ਦੀ ਮਿਲਣੀ ਹੋਈ। ਸੋਹੰਗ ਸੋ ਜਾਪ ਹੈ ਜਿਨ ਕੋ, ਲਿਪਤ ਨਹੀਂ ਪੁਨ ਪਾਪ ਹੈ ਇਨ ਕੋ। ਉਹਨਾਂ ਨੂੰ ਜੋ ਸੋਹੰਗ ਸ਼ਬਦ ਦਾ ਜਾਪ ਕਰਦੇ ਨੇ, ਜਾਪ ਦਾ ਮਤਲਬ ਇਹ ਕਿ ਉਹਦੇ ਧਿਆਨ ਦੇ ਵਿੱਚ ਜਾਣਾ, ਯਾਨੀ ਕਿ ਬੁੱਲਾਂ ਬੁੱਟਾਂ ਵਾਲਾ ਜਾਪ ਛੱਡ ਕੇ ਜਿਹੜਾ ਜਾਪ ਹੈ ਉਹ ਸ਼ੁਰੂਆਤ ਜ਼ਰੂਰ ਹੈ ਧਰਤੀ 'ਤੇ ਹਵਾਈ ਜਹਾਜ਼ ਉਡਾਉਣ ਵਾਲੀ ਗੱਲ ਤੋਂ। ਨਾਮ ਦੇ ਜਹਾਜ਼ 'ਤੇ ਬੈਠ ਜਾਣਾ ਹੈ, ਉਹ ਬਿਨਾਂ ਬੁੱਲਾਂ ਬੁੱਟਾਂ ਤੋਂ। ਨਾਮ ਦੇ ਜਹਾਜ਼ 'ਤੇ ਬੈਠ ਕੇ ਆਪਣੀ ਸੁਰਤੀ ਕਿਸੇ ਕਰਨੀ ਹੈ। ਜਦ ਇੱਥੇ ਪਹੁੰਚ ਗਈ ਤੇ ਸਿੱਧੀ ਮਸਤਕ ਦੇ ਵਿੱਚ ਜਾਣੀ ਹੈ, ਜਿੱਥੇ ਰੱਬ ਪਿਛਲੇ ਬੰਨੇ ਬੈਠਾ ਹੈ। ਯਾਨੀ ਕਿ ਪਰਮਾਤਮਾ ਕੀ ਕਹਿੰਦਾ? ਮੇਰਾ ਮੁੱਖ, ਤੇਰਾ ਮੁੱਖ ਐਨੂੰ ਹੈ, ਮੈਂ ਅੰਦਰ ਹਾਂ। ਤੇਰੀ ਪਿੱਠ, ਜਿੱਧਰ ਮੇਰਾ ਮੁੱਖ ਹੈ ਉਧਰ ਤੇਰੀ ਪਿੱਠ ਹੈ। ਤੇਰੀ ਪਿੱਠ ਦਵਾਂ ਬਦਲਾਈ ਹੈ। ਜਦੋਂ ਤੁਸੀਂ ਇਸ ਰਸਤੇ 'ਤੇ ਖੜੇ ਤੇ ਫਿਰ ਉਹਦੇ ਕੋਲ ਕਿਰਪਾ ਦਇਆ ਮੰਗਣੀ ਹੈ। ਨਾਲ ਜਿਹੜਾ ਤੂੰ ਮੇਰਾ ਮੈਂ ਤੇਰਾ ਦਾ ਦਾਵਾ ਹੈ ਕਿ ਪ੍ਰਭੂ ਤੂੰ ਸਾਡਾ ਤੇ ਅਸੀਂ ਤੇਰੇ ਹਾਂ। ਇਹ ਵੀ ਬੋਲਣ ਦੀ ਪਹਿਲਾਂ ਸ਼ੁਰੂ 'ਚ ਕਰੋ, ਮੁੜ ਕੇ ਨਹੀਂ। ਫਿਰ ਉਸ ਜਾ ਕੇ ਤੇ ਉਹਦੇ ਕੋਲ ਕਿਰਪਾ ਦਇਆ ਤੇ ਤੂੰ ਮੇਰਾ ਮੈਂ ਤੇਰੇ ਦਾ ਇੱਕ ਦਾਵਾ ਹੈ, ਰਹਿਮਤ ਮੰਗਣੀ ਕਿ ਸਾਨੂੰ ਸ੍ਰਿਸ਼ਟੀ ਤੂੰ ਪੈਦਾ ਕੀਤਾ। ਅੱਜ ਇੱਕ ਹੋਰ ਵੀ ਗੱਲ ਹੈ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਕਿਸੇ ਦਾ ਦਰਵਾਜ਼ਾ ਨਹੀਂ ਜੇ ਖੁੱਲ੍ਹਣਾ। ਕੋਈ ਅਭਿਆਸ ਕਰਨ ਦੀ ਜ਼ਰੂਰਤ ਨਹੀਂ ਹੈ। ਤੋਂ ਪਿੱਛੇ ਜਿਹੜਾ ਹੈ ਸਮਰਪਿਤ ਕਰਨਾ ਹੈ,
ਦਰਸ਼ਕ ਬਣਨਾ ਹੈ। ਦਰਸ਼ਕ ਹੁੰਦਾ ਕਿ ਬਹਿ ਕੇ ਵੇਖਣਾ ਪਹਿਲਾਂ ਕੀ ਚੱਲ ਰਿਹਾ ਹੈ, ਪਹਿਲਾਂ ਸਾਡੇ ਸਾਹਾਂ ਦੇ ਵਿੱਚ ਕੀ ਚੱਲ ਰਿਹਾ ਹੈ। ਸਾਡਾ ਸਾਹ ਉੱਪਰ ਨੂੰ ਸੋ ਤੇ ਹੰਗ ਕਰਦਾ ਹੈ। ਇਹੀ ਇੱਕ ਸ਼ਬਦ ਹੈ ਜੋ ਪ੍ਰਾਣ 'ਚ ਵਸਿਆ ਹੋਇਆ ਹੈ, ਜਿਹੜਾ ਮਰਨ ਤੱਕ ਚੱਲਦਾ ਹੈ। 2.5 ਸਾਹ 'ਚ ਕੋਈ ਨਾਮ ਨਹੀਂ ਲਿਆ ਜਾ ਸਕਦਾ, ਅੰਤ 'ਚ ਵੀ। ਬਾਕੀ ਨਾਮ ਸਾਨੂੰ ਜਿਹੜੇ ਸਿਫਤੀ ਨਾਮ ਅਕਾਲ ਪੁਰਖ ਦੇ, ਉਹ ਆ ਕੇ 1.5-2 ਸਾਲ ਬਾਅਦ ਸੰਸਾਰ 'ਚ ਬੋਲਿਆ ਜਾਂਦਾ ਹੈ। ਇਹ ਨਿਰੱਖਰ ਨਾਂ ਹੈ। ਸੋ ਹੰਗ ਕਿਸੇ ਜਾਤ ਦਾ, ਹਰ ਜਾਤ ਦੇ ਵਿੱਚ, ਹਰ ਸਰੀਰ 'ਚ, ਹਰ ਪਸ਼ੂ 'ਚ, ਸਭ ਤੇ ਇਹ ਸੋ ਹੰਗ ਚੱਲਦਾ ਹੈ। ਤੁਸੀਂ ਆਹ ਵੇਖੋ ਕਿ ਆਵਾਜ਼ ਦੇ ਰਿਹਾ ਹੰਗ ਸੋ ਹੰਗ, ਯਾਨੀ ਕਿ ਤੂੰ ਮੇਰਾ, ਮੈਂ ਤੇਰਾ। ਸਾਹ ਵੀ ਉਸ ਆਤਮਾ ਤੇ ਪਰਮਾਤਮਾ ਦੇ ਮੇਲ ਦੇ ਵਿੱਚ ਸਹਾਇਤਾ ਕਰ ਰਿਹਾ। ਤੇ ਮਰ ਲੱਗਿਆ ਵੀ ਜੇ ਵੈਸੇ ਤੇ ਅੰਦਰ ਚੱਲਦਾ ਹੈ, ਲੇਕਿਨ ਕਿਤਨਾ ਜਿਹੜਾ ਬਾਹਰੀ ਹੈ, ਸੋ ਹੰਗ ਸੋ ਹੰਗ ਸੋ। ਇਹ ਤਾਂ 2.5 ਸਾਲ ਦੇ ਵਿੱਚ ਉਹ ਸਰੀਰ ਜਿਹੜਾ ਛੱਡ ਜਾਂਦਾ ਹੈ। ਇਹ 2.5 ਹੀ ਅਕਸ਼ਰ ਹਨ। ਸੋ ਹੰਗ, ਸੱਸੇ ਹੋੜਾ, ਹਾਹੇ ਉੱਤੇ ਟਿੱਪੀ ਅੱਧਾ ਅੱਖਰ ਗਾ ਦਾ ਬੋਲਦਾ ਹੈ। ਤੋ 2.5 ਅਕਸ਼ਰ ਪ੍ਰੇਮ ਦੇ ਹਨ, 2.5 ਅਕਸ਼ਰ ਹੀ ਨਾਮ ਦੇ ਹਨ। ਔਰ ਇਹ 2.5 ਅਕਸ਼ਰ ਕਿਹੜੇ ਹਨ? ਬਿਨਾਂ ਬੁੱਲਾਂ ਬੁੱਟਾਂ ਤੋਂ ਹਨ। ਔਰ ਇਹ ਆਖਰ ਸ਼ਾਹ ਤੱਕ ਤੇ ਉੱਥੋਂ ਤੱਕ ਹੈ। ਨਾਮ ਕਿਉਂ ਦਿੱਤੇ ਗਏ ਸਿਫਤੀ ਨਾਮ? ਕਿਉਂਕਿ ਉਹ ਸੁਰਤੀ ਦਾ 3 ਪੁਆਇੰਟ ਦਿੱਤਾ ਹੈ ਵੀ ਇੱਥੇ ਹੀ ਵਾਹਿਗੁਰੂ ਹੈ ਜਿਹੜਾ ਪ੍ਰਕਾਸ਼ਮਾਨ, ਇੱਥੇ ਹੀ ਅੱਲਾ ਹੈ ਪ੍ਰਕਾਸ਼ਮਾਨ, ਇੱਥੇ ਹੀ ਸਤਨਾਮ ਦਾ ਖੇਲ ਚੱਲਦਾ ਹੈ। ਇਸ ਜੋ ਸਤ ਹੈ ਉਸ ਦਾ ਨਾਮ ਚੱਲਦਾ ਹੈ। ਇੱਥੇ ਹੀ ਖੁਦਾਇਆ ਹੈ, ਇੱਥੇ ਹੀ ਰਾਮੋਂ ਕਾ ਰਾਮ ਹੈ, ਇੱਥੇ ਹੀ ਕਾਨੋਂ ਕਾ ਕਾਨ ਹੈ, ਇਸੇ ही राधे दा स्वामी है। तो ये सारे जितने भी नाम तुम ले रहे हो, यानी कि हम लोग ले रहे हैं, ये सब जहाँ से चलता है। तो फिर आज का स्थिति क्या है कि पहले तो आज बैठो, पीछे के रास्ते से जाओ, सन साहब की बात करो। जैसे बाबा बुड्ढा जी अंदर सतगुरु को मिले तो सतगुरु खुश हो गए। तो रास्ता क्या है? आज से कुछ सर पहले परमात्मा ने जब दर्शन दिया तो मुझे ये बोला कि ये रास्ता जड़ा जो कहता है ये सही नहीं है, आप यहाँ से रास्ता लो। तो परमात्मा का जो संदेश था मुझे आया, तो मैं आपके सब मानव जाति से साझा कर रहा हूँ। तो क्या है? अंदर के और भगतवार को जाने का। उससे बाद है कि उसका सिंहासन है, अंदर सिंहासन है। आत्मा पर प्रकाश कौन डालता है? शब्द डालता है। शब्द के सिंहासन पर कौन बैठा है? गोविंद शब्द बैठा है, जो पटना में खेल खेल के और उसके बाद नदेड़ में जाके अपने शब्द रूपी खेल खेल के उस दिन जब चंदन के इस अंगीठे पर बैठे थे, तो उस दिन क्या हुआ था? उस दिन 4 लावां मस्तक से उन्होंने लाइट निकाली और आले दुआले जो धुआं हो गया या धुआं हो गया अग्नि से, तो उसने परमात्मा ने उनके आले दुआले 4 जो है लावें ली। तो घर भी अपना चौथा है, जहाँ प्यार विराग और सब चीज़ां जड़ियाँ 4 लावां है, अवस्था है अंदर की। ये अंदर की अवस्था समझाने के लिए 4 लावें ली गई थी। तो 4 लावें जदों अकाल पुरख ने ली, फिर वो अंगीठे में हाथ डाल के ये परमात्मा की बात होती रही कि मैंने जन्म जब लेना नहीं है, ना माँ बाप वो जन्म देने वाले समय हाजिर हैं, तो परमात्मा हमें जन्म नहीं लेना। मैं उसने फिर भी वो जो मैंने सचखंड पहुँचाए हैं, कुर्बानियाँ दी है, उन सभी को नीचे लेके आना। और मैं जो है मैं शब्द की तार होके उठांगा और तुम अकाल पुरख मेरे में आएंगे। तो फिर क्या स्थिति बनी? पहले शब्द बना, आत्मा पर शब्द सवार हुआ, तो उसके बाद सतगुरु जो है, जो शब्द रूप है, जिसको गोविंद रूप भी बोला जाता है, नेरे में चानने करने वाला, वो बैठा है। उसकी सेज पर कौन बैठा है? उसकी सेज पर अकाल पुरख बैठा है। हर ज्योति नूर अपार कहाँ समाया है? गोविंद में समाया। हर ज्योति नूर अपार गोविंद विच समाया। गोविंद शब्द आधार,
वो गोविंद कहाँ है? शब्द पर है बैठे। तो आत्मा का प्रकाश जो है वो शब्द का प्रकाश मिल रहा है। आत्मा शब्द के जरिए प्रकाश देने के लिए, उसको मैसेज देने के लिए ये शब्द की बात होती है। तो ये सारा ही शब्द का ही बसोना है। ये सारा सृष्टि का, संसार का वो ऐसा सा क्या है, सो क्या है, जो सस्सा है, ये सारे उसके चरणों में ये सारा किला बना हुआ है। जैसे अनंतपुर साहब में किला था, इस किले में सस्से में क्या है? शब्द ही शब्द है। इस पर शब्द पर हाहा जो है अध में मोड़ा हुआ है। ज़्यादा संसार इस हाहे के जो विचकार की चीज़ है, जो संसार की वासना आती है तो हाहे में जो मोड़ है उसके बीच में गिर जाती है, आगे नहीं चढ़ती है। तो ये परमात्मा ने भक्तों के लिए होड़ा दिया है, ता जो उस होड़े के जरिए वो कहाँ चले? जहाँ चले ऊपर। तो वहाँ परमात्मा क्या करता है? यहाँ ये होड़ा है सारा, ये सा का होड़ा जो है ये जहाँ खड़ता है, और जहाँ से परमात्मा क्या करता है? वज्र कपाटी की टिप्पी जो वो खोलता है, और खोल के कहाँ जाता है फिर आत्मा? जैसे एक बूंद आती है आसमानों से, ऐसे आपकी रूहें आई, और वो कहाँ गिरनी है? अगर ये ऊपर जाना है तो उसको गिरना कहाँ पड़ेगा? आत्मा को जड़ा शब्द में गिरनी पड़ेगी। शब्द चल तो रहा है, उसमें गिरना है। जब गिरेगी तो वो समुंदर बन जाएगी, समुंदर में गिर जाएगी तो जाएगी कहाँ? होड़े को। सो होड़ा जेड़ा परमात्मा का कलगी तोड़ा, जो इन सभी चीज़ों से बाहर है। तो वो बूंद वाष्पीकरण क्रिया से जैसे शब्द रोज मिलता है, तो वो आगे जाके हाहे को, उस होड़े को, यो परमात्मा के साथ जुड़ जाएगा। तो फिर जरिया क्या होगा? शब्द। शब्द कोई अक्षर नहीं है, शब्द से धरती आकाश हुई है। शब्द ही एक सच्ची जोड़े जिससे अक्षर कड़े जाते हैं। तो सच्ची टकसाल है ये शब्द, यहाँ से ही सूझी आती है। तो इसलिए रास्ता क्या हुआ? ये वासनाओं में सब पर गए हैं, और ये रास्ता नहीं है। आज कलयुग के कूड़ में जो सन साहब की बात समझाई थी कि कलयुग ऐसा आ रहा है, इस कलयुग में कोई अंदर नहीं आएगा। तो आने वाला कोई विरला ब्रह्म ज्ञानी जब भक्त होगा तो वो किसको फायदा हुआ था? बाबा बुड्ढा जी साहब को। उसने पीछे के दरवाजा लिया और पीछे के दरवाजे से अंदर परमात्मा के लिए चल गया। तो बाहर का भी फायदेमंद है। बाहर का क्या है? पॉजिटिव किरणा चल रही हैं, उसका नाम चल रहा है, तो बाहर का भी लाभ है। तो अंदर का लाभ, जितनी देर तक बाहर से अंदर नहीं आते उतनी देर तक हम आत्मा से परमात्मा का सफर करते हैं, और परमात्मा फिर आत्मा को प्रकाश देता है। लेकिन जब परमात्मा वहां से भेजता है तो निर्गुण से सरगुण बनता है, ये सरगुण से फिर निर्गुण की तरफ जाना है। तो जहां जेड़ा स्थिति है जो ऐसी है, तो आइए उस परमात्मा को जेड़ा अंदर के जेड़ा समा है इसके साथ गुजारे। ना योग है, ना ध्यान है, ना मेडिटेशन है। तो सारी मेडिटेशन जहां है, तो जहां क्या है? 999 फुरने मन से आ रहे हैं, और 999 फिरना के 999 ईंट है, पत्थर है, उससे एक फुरना जो आपके सिर में कैसे पहुंच लेंगे आप? क्योंकि जब मन में शब्द सवार होता है तो बदी कराता है, जब आत्मा में शब्द सवार होता है तो भक्त बनाता है। तो हमने सफ़र किससे करना है? तो जो आपको महसूस होगा कि रीढ़ दी हड्डी से, बिल कवल नादि से एक वाइट प्रकाश जो है वहाँ तक जाएगा, और वहाँ जाके सीधा जहाँ से कवल नैन जो इससे नैनों से पीछे है उसकी तरफ से ये जाने का रास्ता है। अब कलयुग में और कोई रास्ता नहीं है। तो ये ਜਿਹੜੇ लबों से बुल ਜਿਹੜੇ अपने बुल हैं ਇਹਦੇ ਨਾਲ रास्ते ना मुख द्वार राही ਜਿਹੜਾ वो ऐसे है जैसे कि कीचड़ की गली से बाहर तरले रहे भी वो लंघने का रास्ता है, लंघने का रास्ता है, लेकिन कीचड़ की गली से ये रास्ता ख़त्म हो चुका है। सो 8 द्वारों को ख़त्म करना है। तो 9वां द्वार जेड़ा 10वां द्वार जेड़ा है
नवा द्वार जड़ा इसके रास्ते में, यानी कि जहाँ से द्वार से अंदर से ये रास्ता जड़ा जहाँ से परमात्मा को मिलने का है, और दर्श भी जिसको होता है तो सीधा ही जब आपकी सुरती जहाँ पर शब्द ले आता है तो सीधा अंदर से है। यही बात है कि हरमंदर साहब का बारला हिस्सा क्या है, यहाँ दर्शनी ड्योढ़ी आ रही है, अब दर्शन कर रहे हो। आगे क्या है, ये उसका सरदल है, उसके अंदर शब्द मिल रहा है। लेकिन हमने देखा कि शब्द के साथ ही हमने अपना सारे वादे पूरे कर लिए, प्रसाद भी ले लिया, सब कुछ। लेकिन पीछे बैक साइड में हर की पौड़ी क्यों है? ये हर की पौड़ी है, गां आगे जाना है तो तीसरी आंख में। जब हर की पौड़ी पीछे है इसीलिए तो उन्होंने बनाया, जोड़ा शब्द गुरु बीच में है, हर की पौड़ी पीछे है। तो पीछे से पौड़ी मतलब अभी चढ़ना है, तो चढ़ने के लिए फिर जहाँ से हमें इसको जाना है, सबसे पहले उसकी तस्वीर जो शब्द गुरु यानी कि उसकी साइड वाल जाना, और ईशा की है निर्गुण जोत अकाल पुरख नू मिलना, इष्ट है। यही है पूजा, अकाल की करनी है, किसी की नहीं करनी। तो अकाल की पूजा जड़ी करनी है, इस करके पूजा अकाल से बिना और किसी का रास्ता नहीं है। तो आइए उस परमात्मा की बात जो है, मैं आज फिर सचखंड का जयकारा लाने लगा हूँ ये नहीं रखने का, क्योंकि खुदा के परमात्मा के लिए काफ़ी जगह में गुरु ग्रंथ साहब के में सोहंग लिखा है। इस तरह ही हिंदू मतलब ग्रंथ हैं उनमें भी ये है, और इसका दावा किया हुआ है, और दसम ग्रंथ में भी है, और शायद गुरु ग्रंथ साहब जी भी में, दसम ग्रंथ में, सर्वलोक ग्रंथ में ये शब्द आपको आम मिलेगा। तो अब संतों की महात्मा की ये लाइनें हैं, ये तो हमारी वाशनमों में भर चुकी हैं। कभी आंखें बेटो कैसे भटकती हैं, कानों में क्या आवाज़ गूंजती हैं। तो ये सारे रास्ते बंद करके पीछे से रास्ते से उस प्रभु को मिलिए। आओ जी, सोहंग महाराज शेर सिंह विष्णु भगवान दी जय। लेकिन इसका जो जोड़ है सो ते आत्मा का ये इकट्ठा लाना है। सोहंग महाराज शेर सिंह विष्णु भगवान दी जय। 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 इसका भाव है, ऐ परमात्मा तुम मेरे हो, मैं तुम्हारा हूँ। तुम परमात्मा आगे कहते हैं, ऐ मेरी आत्मा, ऐ मेरी रूह, मेरे में 3 सर्वश्रेष्ठ गुण हैं। पहला गुण है कि मैं महाराज हूँ, सारे जीवों, सारे ब्रह्मंडों खंडों में मेरा राज चलता है, मैं शहंशाह हूँ, मैं राजों का राजा, महाराज, शहंशाह हूँ। दूसरा गुण है शेर, भय देने वाला, सिंह शक्ति, मैं सभी को भय में रखने वाली समर्थ ताकत हूँ। जैसे हमें आज मौत का डर और खाने के डर के लोग जो है कुरला रहे हैं। तो तीसरा है मैं विष्णु हूँ, यानी कि विष्णु ब्रह्मा शिव सब मेरी उपस्थिति में है, मैं सबको, सबका सबसे बड़ा प्रतिपालक हूँ। और आगे है श्री भगवान। श्री भगवान जो 17 निरक्षर हैं। श्री भगवान क्या है? यो भगवान है वो ही श्री भगवान होके इसका पर्दा खोलता है, मददगार बन जाता है और वो जीतता है। तो जीतने वाले के साथ जान के इंसान जीतने वाले से चलेगा तो वो भी जीत जाएगा, क्योंकि उसके साथ प्रेम पड़ जाता है। तो कहानी प्रेम की है। तो पहले क्या, गुरसिख, गुरसिख से गुरमुख, गुरमुख से जदों परमात्मा मिल जाएगा सतगुर शब्द से आगे, तो फिर भगत है आस
पहले मौका क्या था? सिंह सजने का। आज सिंह से कहाँ जाना है? पहले सिख बनने का। चेले मरीद बने, फिर सिख बने, सिख से फिर क्या बना? सिंह बना। वो परमात्मा के लिए कुर्बान होने के लिए, उसके हुक्म को मान के कुर्बानी देने के लिए। फिर उसके बाद भगत बना। तो भगत बनने का समा आ गया है। तो सारों को ये यकारा जो प्रवान हुए, तो क्या है? मस्तक में वो नाम है जिनका नाम है सभी का एक है, वो नूरी है, प्रकाश है। तो ऐसे हम कोशिश करें कि अंदर के हर भगत द्वार को चलें।